ਆਮ ਆਦਮੀ ਪਾਰਟੀ ਜਦੋਂ ਸੱਤਾ ਦੇ ਵਿੱਚ ਨਹੀਂ ਸੀ ਉਦੋਂ ਕਿ ਕਹਿੰਦੇ ਸੀਗੇ ਕਿ ਆਂਦੇ ਸਾਰ ਅਸੀਂ ਰੁਜ਼ਗਾਰ ਦੇਵਾਂਗੇ, ਅਸੀਂ ਹਰਾ ਪੈਨ ਨੌਕਰੀਆਂ ਲਈ ਚਲਾਵਾਂਗੇ। ਉਹ ਹਰਾ ਪੈਨ ਕਿੱਥੇ ਗਵਾਚ ਗਿਆ ਇਹ ਲੱਭਦਾ ਨਹੀਂ। ਇਹ ਅਸੀਂ ਨਹੀਂ ਕਹਿ ਰਹੇ, ਇਹ ਬੇਰੁਜ਼ਗਾਰ ਕਹਿ ਰਹੇ ਨੇ। ਹਾਲਾਂਕਿ ਕੈਬਨਿਟ ਤੋਂ ਪ੍ਰਵਾਨਗੀ ਵੀ ਮਿਲ ਗਈ, ਕੱਚੇ ਮੁਲਾਜ਼ਮ ਪੱਕੇ ਕੀਤੇ ਜਾ ਰਹੇ ਨੇ, ਠੇਕਾ ਮੁਲਾਜ਼ਮ ਪੱਕੇ ਕੀਤੇ ਜਾ ਰਹੇ ਨੇ, ਅਸਿਸਟੈਂਟ ਪ੍ਰੋਫੈਸਰ ਰੱਖੇ ਜਾ ਰਹੇ ਨੇ। ਇਹ ਸਾਰੇ ਵਾਅਦੇ ਇਸ਼ਤਿਹਾਰਾਂ ਦੇ ਵਿੱਚ ਵੱਡੇ ਵੱਡੇ ਕੀਤੇ ਗਏ, ਪਰ ਕੱਚੇ ਮੁਲਾਜ਼ਮ ਹਲੇ ਵੀ ਥਾਂ ਥਾਂ ਰੈਲੀਆਂ ਕਿਉਂ ਕਰ ਰਹੇ ਨੇ? ਅਸਿਸਟੈਂਟ ਪ੍ਰੋਫੈਸਰਾਂ ਦੇ ਉੱਤੇ ਡਾਂਗਾ ਕਿਉਂ ਵਰਾਈਆਂ ਜਾ ਰਹੀਆਂ ਨੇ? ਠੇਕਾ ਮੁਲਾਜ਼ਮ ਆਪਣੇ ਆਪ ਨੂੰ ਠੱਗੇ ਹੋਏ ਕਿਉਂ ਮਹਿਸੂਸ ਕਰ ਰਹੇ ਨੇ? ਇਹ ਸਮਝਣਾ ਬੜਾ ਜ਼ਰੂਰੀ ਹੈ। ਜ਼ਮੀਨੀ ਹਕੀਕਤ ਤੇ ਕਾਗਜ਼ਾਂ ਤੇ ਲਿਖੀ ਇਬਾਰਤ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਫਰਕ ਕੀ ਹੈ ਅੱਜ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਾ ਸਕਦਾ ਗ੍ਰਾਫਿਕ ਦੇ ਜ਼ਰੀਏ। ਸਭ ਤੋਂ ਪਹਿਲਾਂ ਮੋਟੀਆਂ-ਮੋਟੀਆਂ ਗੱਲਾਂ ਤੁਹਾਨੂੰ ਦੱਸਦੇ ਹਾਂ, ਫਿਰ ਆਪਾਂ ਅੱਗੇ ਵਧਦੇ ਹਾਂ। ਭਰਤੀ ਪ੍ਰਕਿਰਿਆ ਬਹਾਲ ਕਰਨ ਲਈ ਅੜੇ 1158 ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨ ਉਤੇ ਕੱਲ ਜ਼ਬਰਦਸਤ ਲਾਠੀਚਾਰਜ ਹੋਇਆ। ਉਚੇਰੀ ਸਿੱਖਿਆ ਮੰਤਰੀ ਮੀਤ ਹੇਅਰ ਦੀ ਰਿਹਾਇਸ਼ ਨੇੜੇ ਅਧਿਆਪਕਾਂ ਨਾਲ ਪੁਲਿਸ ਨੇ ਖਿੱਚਤੂ ਕੀਤੀ ਹੈ। ਪੁਲਿਸ ਦੀਆਂ ਡਾਂਗਾਂ ਦੇ ਵਿਚਕਾਰ ਅਧਿਆਪਕਾਂ ਨੇ ਸਿੱਖਿਆ ਮੰਤਰੀ ਖਿਲਾਫ ਨਾਅਰੇਬਾਜ਼ੀ ਕੀਤੀ। ਹਾਈ ਕੋਰਟ ਨੇ ਦਰਅਸਲ ਭਰਤੀ ਇਸ਼ਤਿਹਾਰ ਰੱਦ ਕਰ ਦਿੱਤਾ। ਭਰਤੀ ਇਸ਼ਤਿਹਾਰ ਰੱਦ ਕੀਤੇ ਜਾਣ ਤੇ ਲਿਖਤੀ ਫੈਸਲਾ ਆਉਣ ਉਪਰੰਤ ਭੰਬਲ ਭੂਸੇ ਵਾਲੀ ਸਥਿਤੀ ਬਣੀ ਹੋਈ ਹੈ। ਅਧਿਆਪਕਾਂ ਦੀ ਇਹ ਮੰਗ ਹੈ ਕਿ ਸਰਕਾਰ ਹਾਈ ਕੋਰਟ ਦੇ ਵਿੱਚ ਅਧਿਆਪਕਾਂ ਦੀ ਪੈਰਵੀ ਕਰੇ, ਹਾਈ ਕੋਰਟ ਦੇ ਵਿੱਚ ਡਬਲ ਬੈਂਚ ਤੇ ਇਹ ਕੇਸ ਲੜਿਆ ਜਾਵੇ। ਸਰਕਾਰ ਕਹਿੰਦੀ ਹੈ ਕਿ ਜੋ ਫੈਸਲਾ ਹਾਈ ਕੋਰਟ ਨੇ ਕਰ ਦਿੱਤਾ, ਜੋ ਫੈਸਲਾ ਅਦਾਲਤਾਂ ਨੇ ਕਰ ਦਿੱਤਾ, ਉਹਦੇ ਤੇ ਅਸੀਂ ਕਿਵੇਂ ਕਿੰਤੂ ਪਰੰਤੂ ਕਰ ਸਕਦੇ ਹਾਂ। ਸੋ ਇਸ ਕਰਕੇ ਇਹ ਜਿਹੜੇ ਅਸਿਸਟੈਂਟ ਪ੍ਰੋਫੈਸਰ ਨੇ ਇਹਨਾਂ ਦਾ ਭਵਿੱਖ ਹੁਣ ਧੁੰਦਲਾ ਨਜ਼ਰ ਆ ਰਿਹਾ। ਸਿੰਘ ਚਾਹਲ ਹੋਰਾਂ ਕੋਲ ਚੱਲਦੇ ਹਾਂ। ਇਹ ਜਿਹੜੀਆਂ ਤਸਵੀਰਾਂ ਟੀਵੀ ਸਕਰੀਨ ਤੇ ਤੁਸੀਂ ਦੇਖ ਰਹੇ ਹੋ, ਉਹ ਤਸਵੀਰਾਂ ਜਿਹੜੀ ਲਾਠੀ ਚਾਰਜ ਹੋਇਆ ਉਹ ਇਹਨਾਂ ਦੇ ਸਹਿਯੋਗੀਆਂ ਦੇ ਉੱਤੇ ਹੀ ਲਾਠੀ ਚਾਰਜ ਹੋਇਆ, ਇਹਨਾਂ ਤੇ ਵੀ ਹੋਇਆ। ਕੁਝ ਮੰਗਾਂ ਨੂੰ ਲੈ ਕੇ ਮੀਤ ਹੇਅਰ ਜਿਹੜੇ ਕਿ ਮੰਤਰੀ ਨੇ, ਕੈਬਨਿਟ ਵਜ਼ੀਰ ਨੇ, ਉਹਨਾਂ ਦੀ ਕੋਠੀ ਦੇ ਬਾਹਰ ਇਹਨਾਂ ਦੇ ਵੱਲੋਂ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਸੀਗਾ, ਪਰ ਜ਼ਬਰਦਸਤ ਲਾਠੀ ਚਾਰਜ ਹੋਇਆ। ਬਹੁਤ ਸਾਰੀਆਂ ਕੁੜੀਆਂ ਵੀ ਬੇਹੋਸ਼ ਹੋਈਆਂ, ਕਈਆਂ ਨੂੰ ਗੰਭੀਰ ਸੱਟਾਂ ਵੀ ਲੱਗੀਆਂ। ਚੱਲ ਸਾਹਿਬ, ਤੁਹਾਡਾ ਕੇਸ ਕੀ ਹੈ? ਕਿਉਂਕਿ ਜਿੰਨਾ ਮੈਂ ਪੜਿਆ ਉਹਦੇ ਵਿੱਚ ਸਿੱਧਾ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ ਹੈ। ਅਦਾਲਤ ਵੱਲੋਂ ਇੱਕ ਪ੍ਰਕਿਰਿਆ ਰੱਦ ਕੀਤੀ ਗਈ ਹੈ, ਉਸ ਪ੍ਰਕਿਰਿਆ ਦੇ ਤਹਿਤ ਤੁਸੀਂ ਸਾਰੇ ਆਂਦੇ ਹੋ। ਅਦਾਲਤੀ ਫੈਸਲੇ ਤੋਂ ਉੱਪਰ ਜਾ ਕੇ, ਮੇਰਾ ਸਵਾਲ ਫਿਰ ਤੁਹਾਨੂੰ ਵੀ ਦੁਹਰਾ ਰਿਹਾ, ਅਦਾਲਤੀ ਫੈਸਲੇ ਤੋਂ ਉੱਪਰ ਜਾ ਕੇ ਸਰਕਾਰ ਕਿਵੇਂ ਕਿਸੇ ਮੁਲਾਜ਼ਮ ਨੂੰ ਭਰਤੀ ਕਰ ਸਕਦੀ? ਸਰ, ਇਹਦੇ ਵਿੱਚ ਸਰਕਾਰ ਸਿੱਧੀ ਇਨਵੋਲਵ ਹੈ, ਕਿਉਂਕਿ ਇਹ ਇੱਕ ਰੂਟੀਨ ਦਾ ਪ੍ਰੋਸੈਸ ਹੈ। ਜਿਵੇਂ ਅਸੀਂ ਪਹਿਲਾਂ ਇੱਕ ਛੋਟੀ ਹੇਠਲੀ ਅਦਾਲਤ ਵਿੱਚ ਜਾਂਦੇ ਆ, ਉਸ ਵਿੱਚ ਜੇ ਕੋਈ ਮਸਲਾ ਹੱਲ ਨਹੀਂ ਹੁੰਦਾ ਅਸੀਂ ਹਾਈ ਕੋਰਟ 'ਚ ਜਾਂਦੇ ਆ। ਹਾਈ ਕੋਰਟ ਦੇ ਅਸੀਂ ਜੇ ਫਸਟ ਬੈਂਚ ਤੋਂ ਬਾਅਦ ਡਬਲ ਬੈਂਚ ਤੇ ਮਸਲਾ ਲੈ ਕੇ ਜਾਂਦੇ ਆ, ਤਾਂ ਉਸੇ ਤਰ੍ਹਾਂ ਹੀ ਸਾਡੇ ਨਾਲ ਹੋਇਆ। ਜੇ ਸਿੰਗਲ ਬੈਂਚ ਨੇ ਸਾਡੀ ਭਰਤੀ ਨੂੰ ਕੈਸ਼ ਕਰ ਦਿੱਤਾ ਤਾਂ ਉਹਦੇ ਵਿੱਚ ਜਿਹੜੇ ਸਿਲੈਕਟ ਹੋਏ ਕੈਂਡੀਡੇਟ ਆ ਉਹਨਾਂ ਦਾ ਕੋਈ ਵੀ ਦੋਸ਼ ਨਹੀਂ ਹੈ। ਜਿਹੜਾ ਵੀ ਦੋਸ਼ ਆ ਉਹ ਸਰਕਾਰ ਦੇ ਪੱਖ ਤੋਂ ਆ। ਜਿਹੜੇ ਸਿਲੈਕਟ ਹੋਏ ਕੈਂਡੀਡੇਟ ਨੇ ਉਹਨਾਂ ਦਾ ਕੋਈ ਵੀ ਦੋਸ਼ ਨਹੀਂ ਆ, ਤੇ ਸਰਕਾਰ ਦੇ ਪੱਖ ਤੋਂ ਜੇ ਸਰਕਾਰ ਉਹਦੇ ਵਿੱਚ ਫਸਟ ਬੈਂਚ ਦੇ ਉੱਪਰ ਹਾਰ ਗਈ ਆ ਤਾਂ ਸਰਕਾਰ ਨੇ ਡਬਲ ਬੈਂਚ ਲਈ ਅਪੀਲ ਕਰਨੀ ਚਾਹੀਦੀ ਆ। ਉਸ ਤੋਂ ਉੱਪਰ ਸੁਪਰੀਮ ਕੋਰਟ ਦਾ ਰਾਸਤਾ ਖੁੱਲਾ। ਜਦੋਂ ਸਰਕਾਰ ਕੋਲ ਹਜੇ ਵਿਕਲਪ ਹੈਗੇ ਨੇ ਤਾਂ ਸਰਕਾਰ ਫਿਰ ਉਹ ਵਿਕਲਪਾਂ ਨੂੰ ਕਿਉਂ ਨਹੀਂ ਵਰਤ ਰਹੀ? ਤਾਂ ਇਹਦੇ ਵਿੱਚ ਪਾਰਟੀ ਦਾ ਕੋਈ ਮਸਲਾ ਨਹੀਂ ਹੁੰਦਾ ਕਿ ਕਾਂਗਰਸ ਪਾਰਟੀ ਨੇ ਕੱਢੀਆਂ ਸੀ ਨਾ। ਇਹ ਇੱਕ ਰੂਟੀਨ ਦੇ ਪ੍ਰੋਸੈਸ ਹੁੰਦੇ ਆ ਜਿਹੜੇ ਸਾਲਾਂ ਬੱਧੀ ਚੱਲਦੇ ਰਹਿੰਦੇ ਆ। ਕਿ ਹੁਣ ਨਵੀਂ ਸਰਕਾਰ ਪੁਰਾਣੀ ਸਰਕਾਰ ਦੇ ਰੱਖੇ ਹੋਏ ਮੁਲਾਜ਼ਮਾਂ ਨੂੰ ਕੱਢੇਗੀ ਕਿ ਕਾਂਗਰਸ ਦੇ ਜਾਂ ਅਕਾਲੀਆਂ ਵੇਲੇ ਦੇ ਰੱਖੇ ਗਏ ਨੇ, ਇਹ ਆਮ ਆਦਮੀ ਪਾਰਟੀ ਨੇ ਨਹੀਂ ਰੱਖੇ? ਸਾਡੇ ਨਾਲ ਉਸੇ ਤਰ੍ਹਾਂ ਹੀ ਹੋਇਆ ਕਿ ਕਾਂਗਰਸ ਸਰਕਾਰ ਨੇ ਜਾਂਦੀ ਨੇ ਜਦੋਂ ਜਿਹੜੀਆਂ 26 ਸਾਲਾਂ ਬਾਅਦ ਸਾਡੇ ਸੰਘਰਸ਼ ਨਾਲ ਪੋਸਟਾਂ ਕੱਢੀਆਂ ਗਈਆਂ ਸੀ 1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ, ਉਹ ਇਸ ਨਵੀਂ ਸਰਕਾਰ ਨੂੰ ਕ੍ਰੈਡਿਟ ਵਾਰ ਦੇ ਚੱਕਰ ਵਿੱਚ ਇਹਨਾਂ ਨੇ ਕੋਰਟ ਦੇ ਵਿੱਚ ਰੋਲਤਾ। ਇੱਕ ਵਾਰ ਵੀ ਪੰਜਾਬ ਦਾ ਏਜੀ ਸਾਡੇ ਭਰਤੀ ਦੇ ਮਸਲੇ ਵਿੱਚ ਜਦੋਂ ਕੋਰਟ ਦੇ ਵਿੱਚ ਸਟੇ ਹੋਇਆ ਸੀਗਾ ਮਾਨਯੋਗ ਹਾਈ ਕੋਰਟ ਦੇ ਵਿੱਚ, ਚੱਲ ਸਾਹਿਬ ਅੱਗੇ ਵਧਣ ਤੋਂ ਪਹਿਲਾਂ ਥੋੜਾ ਜਿਹਾ ਮੈਂ ਜ਼ਰੂਰ ਸਮਝਣਾ ਚਾਹਨਾ ਤੁਹਾਡੇ ਕੇਸ ਬਾਰੇ, ਪੰਜਾਬ ਦੇ ਲੋਕ ਵੀ ਸਮਝਣਾ ਚਾਹੁੰਦੇ ਨੇ। ਆਬਜੈਕਸ਼ਨਸ ਕੀ ਲੱਗੇ ਤੁਹਾਡੀ ਭਰਤੀ ਤੇ ਤੁਹਾਡੀ ਭਰਤੀ ਪ੍ਰਕਿਰਿਆ ਕਿਉਂ ਕੁਐਸ਼ ਕੀਤੀ ਗਈ? ਸਾਡੀ ਭਰਤੀ ਪ੍ਰਕਿਰਿਆ ਦੇ ਉੱਤੇ ਸਭ ਤੋਂ ਪਹਿਲਾ ਆਬਜੈਕਸ਼ਨ ਪੀਪੀਐਸਸੀ ਦੇ ਰਾਹੀਂ ਸੀਗਾ ਕਿ ਇਹ ਪੋਸਟਾਂ ਪੀਪੀਐਸਸੀ ਦੇ ਰਾਹੀਂ ਕਿਉਂ ਨਹੀਂ ਕੱਢੀਆਂ ਗਈਆਂ। ਤਾਂ ਪੀਪੀਐਸਸੀ ਦੇ ਜਿਹੜਾ ਸੰਵਿਧਾਨ ਆ ਜਾਂ ਜਿਹੜਾ ਸਰਵਿਸ ਸਾਡਾ ਹੈਗਾ ਰੂਲ ਆ, ਉਹਦੇ ਵਿੱਚ ਕਲੀਅਰ ਲਿਖਿਆ ਕਿ ਕੋਈ ਵੀ ਪੀਪੀਐਸਸੀ ਜਾਂ ਕੋਈ ਵੀ ਸਰਕਾਰੀ ਸੰਸਥਾ ਜਿਹੜੀ ਪੰਜਾਬ ਸਰਕਾਰ ਦੇ ਅੰਡਰ ਆਉਂਦੀ ਆ ਉਹ ਇਹਨਾਂ ਪੋਸਟਾਂ ਨੂੰ ਕਰ ਸਕਦੀ ਆ। 2017 ਦੇ ਵਿੱਚ ਜਿਹੜੇ ਡਾਕਟਰ ਸੀਗੇ ਸਾਡੇ ਵਾਲੀ ਗ੍ਰੇਡ ਦੇ 55 ਵਾਲੇ, ਉਹ ਗ੍ਰੇਡ ਦੇ ਡਾਕਟਰ 2017 ਦੇ ਵਿੱਚ ਹੈਲਥ ਯੂਨੀਵਰਸਿਟੀ ਫਰੀਦਕੋਟ ਉਹਨਾਂ ਨੂੰ ਰੱਖ ਰਹੀ ਆ। ਤਾਂ ਹੋਰ ਵੀ ਕਈ ਸਟੇਟਾਂ ਨੇ ਪੀਪੀਐਸਸੀ ਆਪਣੇ ਸਰਵਿਸ ਕਮਿਸ਼ਨ ਦੇ ਪ੍ਰੀਵਿਊ ਚੋਂ ਬਾਹਰ ਕੱਢ ਕੇ ਪੋਸਟਾਂ ਨੂੰ ਪਹਿਲਾਂ ਭਰਿਆ ਹੋਇਆ। ਦੂਸਰਾ ਸਾਡਾ ਸੀਗਾ ਕਿ ਯੂਜੀਸੀ ਦੀਆਂ ਗਾਈਡਲਾਈਨਸ ਜਿਹੜੀਆਂ ਮਿਨੀਮਮ ਗਾਈਡਲਾਈਨਸ ਨੇ ਪੀਐਚਡੀ ਜਾਂ ਨੈਟ ਹੋਣਾ ਚਾਹੀਦਾ ਜਿਹੜੇ ਵੀ ਕਾਲਜ ਦੇ ਵਿੱਚ ਕੋਈ ਪ੍ਰੋਫੈਸਰ ਲੱਗਦਾ, ਤਾਂ ਉਹ ਅਸੀਂ ਪੂਰੀਆਂ ਕਰਦੇ ਹਾਂ ਸ਼ਰਤਾਂ। ਹਾਂਜੀ, ਤਾਂ ਇਹਦੇ ਵਿੱਚ ਕੁਝ ਕੁ ਕਾਨੂੰਨੀ ਜਿਹੜੀਆਂ ਅੜਚਨਾਂ ਸੀ ਉਹ ਸਰਕਾਰ ਦੀ ਤਰਫ ਤੋਂ ਸੀਗੀਆਂ, ਉਹ ਕੈਂਡੀਡੇਟਸ ਦੀ ਤਰਫ ਤੋਂ ਨਹੀਂ ਸੀਗੀਆਂ। ਤਾਂ ਸਰਕਾਰ ਦਾ ਹੁਣ ਫਰਜ਼ ਬਣਦਾ ਉਹਨੂੰ ਡਬਲ ਬੈਂਚ ਤੇ ਲੈ ਕੇ ਜਾਵੇ। ਉਹਦੇ ਵਿੱਚ ਅਸੀਂ ਪੁਰਾਣੀਆਂ ਨੌਕਰੀਆਂ ਤੋਂ ਅਸਤੀਫੇ ਦੇ ਕੇ ਨਵੀਆਂ ਨੌਕਰੀਆਂ ਜੁਆਇਨ ਕੀਤੀਆਂ। ਇਹ ਪਹਿਲੀ ਭਰਤੀ
ਹੋਈ ਆ ਪੰਜਾਬ ਦੇ ਵਿੱਚ, ਜਿਨੇ ਲੱਗੇ ਹੋਏ ਰੁਜ਼ਗਾਰ ਦੇ ਉੱਪਰ, ਜਿਹੜੇ ਕੱਚੇ ਪੱਕੇ ਰੁਜ਼ਗਾਰ ਦੇ ਉੱਪਰ ਲੱਗੇ ਹੋਏ ਵਿਅਕਤੀ ਸੀ, ਉਹਨਾਂ ਨੂੰ ਬੇਰੁਜ਼ਗਾਰ ਕਰਕੇ ਰੱਖ ਦਿੱਤਾਗਾ। ਤਾਂ ਪਿਛਲੇ 8 ਮਹੀਨਿਆਂ ਤੋਂ ਅਸੀਂ ਮਾਨਸਿਕ ਸੰਤਾਪ ਹੰਢਾ ਰਹੇ ਹਾਂ, ਕਿਸੇ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ। ਤਾਂ ਇਹਦੇ ਵਿੱਚ ਸਰਾਸਰ ਸਰਕਾਰ ਦੀ ਗਲਤੀ ਹੈ। ਇਹਦੇ ਵਿੱਚ ਜਿਹੜੇ ਚੁਣੇ ਹੋਏ ਨੁਮਾਇੰਦੇ ਆ, ਉਹਨਾਂ ਦੀ ਕੋਈ ਵੀ ਗਲਤੀ ਨਹੀਂ ਹੈ। ਜਿਹੜੇ ਕੈਂਡੀਡੇਟਸ ਨੇ ਉਹ ਸਾਰੇ ਮੈਰਿਟ ਨੇ, ਮੈਰੀਟੋਰੀਅਸ ਨੇ, ਕੋਈ 골ਡ ਮੈਡਲਿਸਟ ਆ, ਕੋਈ PhD ਕਰਿਆ ਹੋਇਆ ਜਾਂ ਕਰ ਰਿਹਾ। ਭਾਰਤ ਦੀਆਂ ਸਭ ਤੋਂ ਉੱਚੀਆਂ ਡਿਗਰੀਆਂ ਉਹਨਾਂ ਨੇ ਹਾਸਲ ਕੀਤੀਆਂ ਹੋਈਆਂ। ਇਹ ਤੁਹਾਨੂੰ ਲੱਗਦਾ ਕਿ ਸਭ ਤੋਂ ਵੱਡਾ ਫਰਜ਼ AG ਦਫ਼ਤਰ ਦਾ ਬਣਦਾ ਹੈ ਜਦੋਂ ਵੀ ਕਿਸੇ ਵੀ ਕਾਨੂੰਨ ਨੂੰ ਚੈਲੰਜ ਕੀਤਾ ਜਾਂਦਾ ਹੈ, ਕਿਸੇ ਵੀ ਭਰਤੀ ਨੂੰ ਚੈਲੰਜ ਕੀਤਾ ਜਾਂਦਾ ਹੈ, ਸਰਕਾਰ XYZ ਜਿਹਦੀ ਮਰਜ਼ੀ ਹੋਵੇ, AG ਡਿਪਾਰਟਮੈਂਟ ਦਾ ਇਹ ਫਰਜ਼ ਬਣਦਾ ਹੈ ਕਿ ਉਹ ਸਰਕਾਰ ਵੱਲੋਂ ਪੈਰਵੀ ਕਰੇ ਜਾਂ ਕੇਸ ਨੂੰ ਸਹੀ ਤਰੀਕੇ ਨਾਲ ਹੈਂਡਲ ਕਰੇ। ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੈ ਕਿ ਉੱਥੇ ਅਣਗਹਿਲੀ ਹੋਈ ਹੈ ਜਾਂ ਢਿੱਲ ਵਰਤੀ ਗਈ ਹੈ ਕਿ ਇਲਜ਼ਾਮ ਪਿਛਲੀ ਸਰਕਾਰ ਤੇ ਸੁੱਟ ਦਿੱਤਾ ਜਾਏ? बस यहाँ रोक दो भैया। दादा कितना हुआ? 79 हो गए। आगे बढ़ा, आगे आगे। जल्दी करो, नो पार्किंग है। हाँ ਬਿਲਕੁਲ ਸਰ, ਇਹਦੇ ਵਿੱਚ ਕ੍ਰੈਡਿਟ ਬਾਰ ਆ, ਕਿਉਂਕਿ ਇਹ ਭਰਤੀ ਪਿਛਲੀ ਸਰਕਾਰ ਨੇ ਕੱਢੀ ਸੀ ਤੇ ਜਿਹੜੀ ਸਾਡੀ ਕੇਜਰੀਵਾਲ ਜਾਂ ਭਗਵੰਤ ਮਾਨ ਦੀ ਸਰਕਾਰ ਆ, ਇਹ ਕ੍ਰੈਡਿਟ ਦੇ ਵਿੱਚ ਤਾਂ ਬਿਲਕੁਲ ਵੀ ਕਿਸੇ ਹੋਰ ਨੂੰ ਨੰਬਰ ਨਹੀਂ ਦੇਣਾ ਚਾਹੁੰਦੀ। ਇਸ ਕਰਕੇ ਇਹਨਾਂ ਨੇ ਕੋਰਟ ਦੇ ਵਿੱਚ, ਇਹਨਾਂ ਦੇ ਸਮੁੱਚਾ ਜਿਹੜਾ ਹਾਇਰ ਐਜੂਕੇਸ਼ਨ ਡਿਪਾਰਟਮੈਂਟ ਆ, ਚਾਹੇ ਲੀਗਲ ਡਿਪਾਰਟਮੈਂਟ ਆ, ਇਹਨਾਂ ਵੱਲੋਂ ਕੋਰਟ ਦੇ ਵਿੱਚ ਢਿੱਲ ਮਿੱਠ ਵਰਤੀ ਗਈ। ਕਦੇ ਇਹਨਾਂ ਦੇ AG ਖੁਦ ਇੱਕ ਵਾਰ ਵੀ ਪੇਸ਼ ਨਹੀਂ ਹੋਏਗੇ ਤੇ ਹੋਰ ਵੀ ਜਿਹੜੀਆਂ ਕਾਨੂੰਨੀ ਜਿਹੜੀਆਂ ਕਾਰਵਾਈਆਂ ਸੀ ਉਹਦੇ ਵਿੱਚ ਇਹਨਾਂ ਨੇ ਸਹਿਰਤਾ ਨਾਲ ਕਦੇ ਪੈਰਵਾਈ ਨਹੀਂ ਕੀਤੀ। ਸੱਤਾ ਤੇ ਆਉਣ ਤੋਂ ਪਹਿਲਾਂ ਇਹਨਾਂ ਨੇ ਸਾਨੂੰ ਵਾਅਦਾ ਕੀਤਾ ਸੀਗਾ ਕਿ ਅਸੀਂ ਇਸ ਤਰ੍ਹਾਂ ਨਹੀਂ ਕਰਾਂਗੇ। ਅਸੀਂ ਇਹਨਾਂ ਦੀਆਂ ਵੀਡੀਓ ਵੀ ਰਿਕਾਰਡ ਕੀਤੀਆਂ ਸੀ ਕਿ ਹਰ ਵਾਰ ਇਸ ਤਰ੍ਹਾਂ ਹੀ ਹੁੰਦਾ ਕਿ ਨਵੀਂ ਸਰਕਾਰ ਆ ਕੇ ਪਹਿਲਾਂ ਵਾਲੀਆਂ ਜਿਹੜੀ ਸਰਕਾਰ ਦੀਆਂ ਚੱਲ ਰਹੀਆਂ ਭਰਤੀਆਂ ਜਾਂ ਹੋਰ ਜਿਹੜੇ ਕਾਰਜ ਹੁੰਦੇ ਆ ਉਹਨਾਂ ਨੂੰ ਠੱਪ ਕਰ ਦਿੰਦੇ ਆ। ਤੁਸੀਂ ਇਦਾਂ ਨਹੀਂ ਕਰੋਗੇ। ਤਾਂ ਇਹਨਾਂ ਨੇ ਵੀਡੀਓ ਦੇ ਵਿੱਚ ਆਪਣੇ ਆਪ ਮੰਨਿਆ। ਸਾਨੂੰ CM ਸਾਹਿਬ ਨੇ, ਸਾਡੇ ਉਦੋਂ ਕੈਂਡੀਡੇਟ ਸੀਗੇ, ਹੋਰ ਜਿਹੜੇ ਸਾਡੇ ਫਾਈਨਾਂਸ ਮਿਨਿਸਟਰ ਨੇ, ਖੁਦ ਇਹਨਾਂ ਨੇ ਸਾਡੇ ਧਰਨਿਆਂ 'ਚ, ਪ੍ਰੋਟੈਸਟਾਂ 'ਚ ਸ਼ਾਮਲ ਹੋ ਕੇ ਵੀ ਇਹ ਗੱਲਾਂ ਕਹੀਆਂ ਕਿ ਅਸੀਂ ਉਸ ਤਰ੍ਹਾਂ ਨਹੀਂ ਕਰਾਂਗੇ, ਪਰ ਇਹਨਾਂ ਨੇ ਉਸੇ ਤਰ੍ਹਾਂ ਹੀ ਕੀਤਾ। ਸਿਚੁਏਸ਼ਨ ਅਜਿਹੀ ਕੀ ਬਣ ਗਈ ਕਿ ਪੁਲਿਸ ਨੂੰ ਲਾਠੀ ਚਾਰਜ ਕਰਨਾ ਪਿਆ? ਕਿਉਂਕਿ ਅਸਿਸਟੈਂਟ ਪ੍ਰੋਫੈਸਰ, ਪੜ੍ਹੇ ਲਿਖੇ ਤੁਹਾਡੇ ਸਾਥੀ ਨੇ, ਅਸਿਸਟੈਂਟ ਪ੍ਰੋਫੈਸਰ ਦਾ ਰੁਤਬਾ ਸਾਨੂੰ ਸਭ ਨੂੰ ਪਤਾ ਹੈ, ਉਹਨਾਂ ਦੇ ਉੱਤੇ ਇਸ ਤਰੀਕੇ ਨਾਲ ਲਾਠੀ ਚਾਰਜ, ਬੜਾ ਜ਼ਬਰਦਸਤ ਤਰੀਕੇ ਨਾਲ ਲਾਠੀ ਚਾਰਜ ਹੋਇਆ। ਇਹ ਵੀ ਪਤਾ ਲੱਗਿਆ ਕਿ ਤੁਹਾਡੇ ਕੁਝ ਸਾਥੀ ਜ਼ਖਮੀ ਹੋਏ ਨੇ, ਕਈਆਂ ਦੇ ਫ੍ਰੈਕਚਰ ਤੱਕ ਆ ਗਏ ਨੇ। ਅਜਿਹੀ ਨੌਬਤ ਕਿਉਂ ਆਈ? ਜੀ ਅਸੀਂ ਲਗਾਤਾਰ ਸਿੱਖਿਆ ਮੰਤਰੀ ਤੇ ਮੁੱਖ ਮੰਤਰੀ ਨੂੰ ਮਿਲਣ ਦਾ ਯਤਨ ਕਰ ਰਹੇ ਹਾਂ। ਅਸੀਂ 15 ਅਗਸਤ ਨੂੰ ਵੀ ਲੁਧਿਆਣਾ ਦੇ ਵਿੱਚ ਮੁੱਖ ਮੰਤਰੀ ਜੀ ਨੂੰ ਮਿਲਣ ਦਾ ਯਤਨ ਕੀਤਾ। 28 ਅਗਸਤ ਨੂੰ ਅਸੀਂ ਫਿਰ ਇਕੱਠ ਕੀਤਾ ਉਹਨਾਂ ਦੀ ਰਿਹਾਇਸ਼ ਦੇ ਅੱਗੇ ਤੇ ਅਸੀਂ ਫਿਰ ਉਸੇ ਲੜੀ ਤਹਿਤ ਅਸੀਂ ਕੱਲ ਸਿੱਖਿਆ ਮੰਤਰੀ ਜੀ ਨੂੰ ਮਿਲਣ ਲਈ ਗਏ ਸੀਗੇ, ਉਹਨਾਂ ਨੂੰ ਦੱਸਣ ਗਏ ਸੀ। ਉਹਨਾਂ ਨੂੰ ਪਹਿਲਾਂ ਸਾਡੀ ਗੱਲ ਹੋਈ ਸੀ ਕਿ ਜਦੋਂ ਹੀ ਸਾਡੀ ਭਰਤੀ ਦਾ ਜਿਹੜਾ 8 ਅਗਸਤ ਨੂੰ ਰੱਦ ਹੋਈ ਸੀਗੀ, ਉਹਦੀ ਡਿਟੇਲਡ ਜਦੋਂ ਜੱਜਮੈਂਟ ਆ ਗਈ, ਅਸੀਂ ਉਦੋਂ ਉਹ ਕਹਿ ਰਹੇ ਸੀਗੇ ਕਿ ਅਸੀਂ ਨੂੰ ਡਬਲ ਬੈਂਚ ਤੇ ਲੈ ਕੇ ਜਾਵਾਂਗੇ। ਤਾਂ 4 ਦਿਨ ਹੋ ਗਏ ਉਸ ਡਿਟੇਲਡ ਜੱਜਮੈਂਟ ਆਈ ਨੂੰ, ਪਰ ਸਿੱਖਿਆ ਮੰਤਰੀ ਜਾਂ ਮੁੱਖ ਮੰਤਰੀ ਜੀ ਜਾਂ ਕਿਸੇ ਵੀ ਮੰਤਰੀ ਜਾਂ MLA ਦੇ ਮੂੰਹੋਂ ਇੱਕ ਸ਼ਬਦ ਤੱਕ ਨਹੀਂ ਇਹਨਾਂ ਤੋਂ ਨਿਕਲਿਆ ਉਸ ਕਿ ਅਸੀਂ ਇਸ ਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗੇ। ਤਾਂ ਸਾਨੂੰ ਇਹਨਾਂ ਦੀ ਜਿਹੜੀ ਭਰੋਸਾ, ਸਾਨੂੰ ਇਹਨਾਂ ਤੇ ਕੋਈ ਭਰੋਸਾ ਨਹੀਂਗਾ। ਇਹਨਾਂ ਦੀ ਮਨਸ਼ਾ ਤੇ ਸਾਨੂੰ ਸ਼ੱਕ ਸੀ। ਅਸੀਂ ਇਹਨਾਂ ਨੂੰ ਮਿਲਣ ਲਈ ਹੀ ਗਏ ਸੀਗੇ, ਸਿਰਫ ਮੁੱਖ ਮੰਤਰੀ ਤੋਂ ਜਾਂ ਸਿੱਖਿਆ ਮੰਤਰੀ ਤੋਂ ਅਸੀਂ ਇੱਕ ਪੈਨਲ ਮੀਟਿੰਗ ਦੀ ਮੰਗ ਕਰਨ ਗਏ ਸੀ। ਤਾਂ ਉਸ ਮੀਟਿੰਗ ਦੇ ਵਿੱਚ ਇਹਨਾਂ ਨੇ ਮੀਟਿੰਗ ਤਾਂ ਕੀ ਦੇਣੀ ਸੀਗੀ, ਪੁਲਿਸ ਨੇ ਬਿਨਾਂ ਨੇਮ ਪਲੇਟ ਤੋਂ ਬਾਹਰੇ ਪੁਲਿਸ ਵਰਦੀ ਦੇ ਵਿੱਚ ਗੁੰਡਿਆਂ ਨੂੰ ਸੱਦ ਕੇ ਜਿਹੜੀਆਂ ਕੁੜੀਆਂ ਦੇ ਉੱਪਰ, ਮਹਿਲਾ ਪ੍ਰੋਫੈਸਰ ਸੀਗੀਆਂ ਜਿਹੜੀਆਂ, ਉਹਨਾਂ ਉੱਪਰ ਲਾਠੀ ਚਾਰਜ ਕਰਵਾਇਆ ਗਿਆ। ਪੰਜਾਬ ਦੀ ਇੱਜ਼ਤ ਨੂੰ ਇਹਨਾਂ ਨੇ ਸੜਕਾਂ ਤੇ ਰੋਲਿਆ। ਅਲੱਗ-ਅਲੱਗ ਥਾਣਿਆਂ ਵਿੱਚ ਰਾਤਾਂ ਨੂੰ ਬਿਨਾਂ ਕੇਸਾਂ ਤੋਂ, ਬਿਨਾਂ ਗੈਰ ਕਾਨੂੰਨੀ ਢੰਗ ਨਾਲ ਉਹਨਾਂ ਨੂੰ ਬਿਠਾ ਕੇ ਰੱਖਿਆ ਗਿਆ। ਤਾਂ ਇਹ ਨੌਬਤ ਕੱਲ ਆਈ ਆ। ਪੰਜਾਬ ਕਦੇ ਵੀ ਇਸ ਚੀਜ਼ਾਂ ਨੂੰ ਮਾਫ ਨਹੀਂ ਕਰੂਗਾ। ਪੰਜਾਬ ਦੇ ਜਿਹੜੇ ਹਾਇਰ ਐਜੂਕੇਸ਼ਨ ਪ੍ਰਾਪਤ, ਜਿਹੜੇ ਸਭ ਤੋਂ ਉੱਚੀਆਂ ਡਿਗਰੀਆਂ ਪ੍ਰਾਪਤ ਜੇ ਮੁੰਡੇ ਕੁੜੀਆਂ ਨਾਲ ਪੰਜਾਬ ਦਾ ਮੁੱਖ ਮੰਤਰੀ ਜਾਂ ਸਿੱਖਿਆ ਮੰਤਰੀ ਇਹ ਹਾਲ ਕਰੂਗਾ, ਤਾਂ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਥੋੜਾ ਜਿਹਾ ਬਾਰੀ 'ਚ ਹੀ ਲਟਕਿਆ ਸੀ ਤੇ ਲੋਕਾਂ ਨੇ ਸੀਟ ਤੋਂ ਪਟਕਾ ਕੇ ਮਾਰਿਆ ਸੀ ਸੰਗਰੂਰ 'ਚ। ਤਾਂ ਅਸੀਂ ਵੀ ਹੁਣ ਜਿਹੜੇ ਹਾਇਰ ਐਜੂਕੇਸ਼ਨ ਡਿਗਰੀਆਂ ਪ੍ਰਾਪਤ, ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਕਿ ਸਰਕਾਰ ਸਾਡੀਆਂ ਇੱਜ਼ਤਾਂ ਇਦਾਂ ਰੋਲਦੀ ਰਹੇਗੀ ਤੇ ਅਸੀਂ ਚੁੱਪ ਕਰਾਂਗੇ। ਅਸੀਂ ਹਿਮਾਚਲ 'ਚ, ਹਰਿਆਣਾ 'ਚ, ਗੁਜਰਾਤ 'ਚ ਜਾ ਕੇ ਇਹਨਾਂ ਦੀਆਂ ਕਰਤੂਤਾਂ ਦੱਸਾਂਗੇ ਕਿ ਇਹਨਾਂ ਨੇ ਸਾਡੇ ਨਾਲ ਕੀਤਾ ਕੀ ਆ। ਅਸੀਂ ਇੱਕ ਸਿਰਫ ਮੁੱਖ ਮੰਤਰੀ ਜਾਂ ਸਿੱਖਿਆ ਮੰਤਰੀ ਸਾਨੂੰ ਮੀਟਿੰਗ ਤੱਕ ਨਹੀਂ ਦੇ ਰਹੇ, ਸਾਡਾ ਮਸਲਾ ਤਾਂ ਕਿੱਥੋਂ ਸੁਣਨਗੇ। ਦੂਜੀ ਗੱਲ, ਇੱਕ ਪੰਜਾਬ ਦੇ ਵਿੱਚ ਕਹਾਵਤ ਆ ਕਿ ਜੇ ਬੈਠੇ ਨਹੀਂ ਦਿਸਦੇ ਤਾਂ ਖੜੇ ਕਿੱਥੋਂ ਦਿਸਾਂਗੇ। ਤਾਂ ਇਹਨਾਂ ਨੂੰ ਸਾਰਾ ਕੁਝ ਪਤਾ ਵੀ ਆ। ਇਹ ਨਹੀਂ ਕਿ ਇਹ ਅਣਜਾਣ ਨੇ ਇਸ ਮਸਲੇ ਤੋਂ। ਇਹ ਜਾਣ ਬੁੱਝ ਕੇ ਪ੍ਰਾਈਵੇਟ ਸੰਸਥਾਵਾਂ ਦੀ ਮਦਦ ਕਰਨ ਦੇ ਲਈ, ਪ੍ਰਾਈਵੇਟ ਯੂਨੀਵਰਸਿਟੀਆਂ ਦੀ ਮਦਦ ਕਰਨ ਲਈ ਸਰਕਾਰੀ ਸਿੱਖਿਆ ਨੂੰ ਇਹ ਜਾਣ ਬੁੱਝ ਕੇ ਤਬਾਹ ਕਰ ਰਹੇ ਆ। ਇਹਨਾਂ ਨੇ ਸਾਡੀ ਜਿੱਦਾਂ ਹੀ ਭਰਤੀ ਰੱਦ ਹੁੰਦੀ ਆ, ਅਗਲੇ ਦਿਨ ਹੀ ਐਲਾਨ ਕਰਤਾ ਕਿ ਅਸੀਂ ਨਵੀਆਂ ਜਿਹੜੀਆਂ ਏਡਡ ਕਾਲਜਾਂ ਦੇ ਵਿੱਚ ਕੋਈ ਨਵੇਂ ਸਰਕਾਰੀ ਪ੍ਰੋਫੈਸਰ ਨਹੀਂ ਰੱਖੇ ਜਾਣਗੇ ਸਹਾਇਤਾ ਪ੍ਰਾਪਤ, ਤੇ ਸਰਕਾਰੀ ਕਾਲਜਾਂ ਦੇ ਵਿੱਚ ਅਸੀਂ ਰਿਟਾਇਰਡ ਪ੍ਰੋਫੈਸਰ ਰੱਖਾਂਗੇ ਕੱਚੀਆਂ ਤਨਖਾਹਾਂ ਦੇ ਉੱਪਰ। ਇਹਨਾਂ ਨੇ ਆਪਣਾ ਮਨਸ਼ਾ ਕਲੀਅਰ ਕਰ ਦਿੱਤਾਗਾ। ਸਾਨੂੰ ਇਹ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਹਨਾਂ ਨੇ ਹਾਇਰ ਐਜੂਕੇਸ਼ਨ ਪ੍ਰਤੀ
ਪੰਜਾਬ ਦੇ ਲੋਕਾਂ ਨੂੰ ਇਹਨਾਂ ਨੇ ਡੋਬ ਕੇ ਰੱਖ ਦੇਣਾ। ਅਸੀਂ ਇਹਨਾਂ ਦੀ ਇਸ ਚੀਜ਼ ਨੂੰ ਹੋਰ ਸਟੇਟਾਂ 'ਚ ਵੀ ਲੈ ਕੇ ਜਾਵਾਂਗੇ। ਚੱਲ ਤਾਂ ਇਹ ਸਾਹਿਬ ਸਾਡਾ ਇੱਕ ਗੱਲ ਹੋਰ, ਚੱਲ ਸਾਹਿਬ ਮੈਂ ਦੋ ਸਵਾਲ ਤੁਹਾਡੇ ਤੋਂ ਪੁੱਛਣਾ ਚਾਹੁੰਦਾ। ਪਹਿਲਾ ਸਵਾਲ, ਸਰਕਾਰ ਦੀ ਮਨਸ਼ਾ ਕਿਉਂ ਹੋਏਗੀ? ਮਤਲਬ ਜੇ ਅਦਾਲਤ ਨੇ ਕੋਈ ਫੈਸਲਾ ਕੀਤਾ ਤੇ ਸਰਕਾਰ ਦਾ ਫਰਜ਼ ਬਣਦਾ ਹੈ ਕਿ ਸਰਕਾਰ ਉਸ ਨੂੰ ਡਬਲ ਬੈਂਚ ਤੇ ਲੈ ਕੇ ਜਾਵੇ। ਜੇ ਨਹੀਂ ਲੈ ਕੇ ਜਾ ਰਹੀ ਤਾਂ ਉਹਦੇ ਪਿੱਛੇ ਸਰਕਾਰ ਦੀ ਤੁਹਾਨੂੰ ਮਨਸ਼ਾ ਕੀ ਨਜ਼ਰ ਆਉਂਦੀ ਹੈ? ਦੂਜਾ ਸਵਾਲ, ਜੇ ਤੁਹਾਡੀਆਂ ਭਰਤੀਆਂ ਰੱਦ ਹੋ ਗਈਆਂ ਤਾਂ ਮੇਰਾ ਦੂਜਾ ਸਵਾਲ ਵੀ ਨਾਲ ਹੀ ਸੁਣ ਲਓ, ਤਾਂ ਇਹ ਹੋ ਸਕਦਾ ਕਿ ਦੁਬਾਰਾ ਭਰਤੀ ਕੱਢ ਕੇ ਤਰਜੀਹ ਤੁਹਾਨੂੰ ਦਿੱਤੀ ਜਾਵੇ ਕਿ ਜਿਹੜੇ ਪ੍ਰੋਫੈਸਰ ਨੂੰ ਕੱਢਿਆ ਗਿਆ ਦੁਬਾਰਾ ਭਰਤੀ ਕੀਤੀ ਜਾਂਦੀ ਹੈ, ਨਿਯਮਾਂ ਦੇ ਮੁਤਾਬਕ ਤੁਹਾਡੀ ਭਰਤੀ ਕਰ ਲਈ ਜਾਵੇ। ਇਜ਼ ਇਟ ਪੋਸੀਬਲ? ਸਰ ਜਿਹੜਾ ਮੈਂ ਪਹਿਲੇ ਸਵਾਲ ਦਾ ਜਵਾਬ ਦੇਵਾਂ ਕਿ ਸਰਕਾਰ ਦੀ ਮਨਸ਼ਾ ਜਿਹੜੀ ਇਕੱਲੀ ਇਹੀ ਸਰਕਾਰਾਂ ਨਹੀਂ, ਲਗਾਤਾਰ ਅਸੀਂ ਪਿਛਲੇ ਸਮੇਂ ਤੋਂ ਦੇਖ ਰਹੇ ਹਾਂ ਸਰਕਾਰੀ ਕਾਲਜਾਂ ਨੂੰ ਜਾਂ ਤਾਂ ਬੰਦ ਕਰ ਰਹੇ ਆ ਤੇ ਜਾਂ ਉਹਨਾਂ ਦੇ ਵਿੱਚ ਕੱਚੇ ਰੁਜ਼ਗਾਰ ਦੇ ਨਾਲ ਕੰਮ ਚਲਾ ਰਹੇ ਆ। ਤਾਂ ਇਹ ਪ੍ਰਾਈਵੇਟ ਯੂਨੀਵਰਸਿਟੀ, ਜੇ ਸਿੱਖਿਆ ਕੋਈ ਘਾਟੇ ਦਾ ਸੌਦਾ ਹੁੰਦਾ ਤਾਂ ਪੰਜਾਬ ਦੇ ਵਿੱਚ ਪ੍ਰਾਈਵੇਟ ਯੂਨੀਵਰਸਿਟੀਆਂ ਖੁੰਭਾਂ ਵਾਂਗ ਨਾ ਫੈਲਦੀਆਂ। ਇਹ ਸੀਜੂ ਦੇ ਵਿੱਚ ਜਾ ਕੇ ਭੰਗੜੇ ਪਾਉਂਦੇ ਆ। ਮਿੱਟੀ ਯੂਨੀਵਰਸਿਟੀ ਦੇ ਲਈ ਸਿੱਖਿਆ ਮੰਤਰੀ ਕੋਲ ਸਮਾਂ ਹੈਗਾਗਾ, ਜਾਂ ਜਿਹੜੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਮਾਲਕ ਨੂੰ ਇਹਨਾਂ ਨੇ ਰਾਜ ਸਭਾ 'ਚ ਭੇਜ ਦਿੱਤਾ, ਤਾਂ ਉੱਥੋਂ ਕਲੀਅਰ ਮਨਸ਼ਾ ਇਹਨਾਂ ਦੀ ਦਿਖ ਰਹੀ ਹੈ ਕਿ ਇਹ ਪ੍ਰਾਈਵੇਟੇਸ਼ਨ ਵੱਲ ਨੂੰ ਧੱਕਣਾ ਚਾਹੁੰਦੇ ਆ, ਸਰਕਾਰੀ ਸੰਸਥਾਵਾਂ ਨੂੰ ਬੰਦ ਕਰਨਾ ਚਾਹੁੰਦੇ ਆ। ਸਾਡੀ ਜੇ ਭਰਤੀ ਸਰਕਾਰੀ ਕਾਲਜਾਂ 'ਚ ਸਿਰੇ ਚੜ੍ਹਦੀ ਆ ਤਾਂ ਸਰਕਾਰੀ ਸੰਸਥਾਵਾਂ ਨੂੰ ਇੱਕ ਬੜਾਵਾ ਮਿਲਦਾਗਾ, ਜਿਹੜਾ ਕਿ ਇਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ। ਅਸੀਂ ਲਗਾਤਾਰ 8 ਸਾਲਾਂ ਦੀ ਪ੍ਰੈਕਟਿਸ ਤੋਂ 8 ਮਹੀਨਿਆਂ ਦੀ ਜਿਹੜੀ ਕੋਰਟ ਦੇ ਵਿੱਚ ਇਹਨਾਂ ਦੀ ਪ੍ਰੈਕਟਿਸ ਆ, ਅਸੀਂ ਉਸ ਤੋਂ ਅੰਦਾਜ਼ਾ ਲਾਇਆ, ਸਾਨੂੰ ਪਤਾ ਲੱਗਿਆਗਾ ਕਿ ਇਹ ਹਾਇਰ ਐਜੂਕੇਸ਼ਨ ਪ੍ਰਤੀ ਬਿਲਕੁਲ ਵੀ ਸੁਚੇਤ ਸਰਕਾਰ ਨਹੀਂ ਹੈਗੀ। ਦੂਸਰੀ ਗੱਲ ਜਿਹੜੀ ਤੁਸੀਂ ਕਿਹਾ ਸੀ ਕਿ ਤਰਜੀਹ ਵਾਲੀ, ਅਜੇ ਸਾਡੇ ਕੋਲੇ ਕਾਨੂੰਨੀ ਤੌਰ ਤੇ ਵਿਕਲਪ ਪਏ ਨੇ। ਸਾਡੇ ਕੋਲੇ ਡਬਲ ਬੈਂਚ ਦੀ ਆਪਸ਼ਨ ਪਈ ਆ, ਸੁਪਰੀਮ ਕੋਰਟ ਦੀ ਆਪਸ਼ਨ ਪਈ ਆ। ਜਿੰਨਾ ਚਿਰ ਇਹ ਮਸਲੇ ਉੱਥੋਂ ਤੱਕ ਨਹੀਂ ਹੱਲ ਹੁੰਦੇ ਤਾਂ ਸਰਕਾਰ ਨੇ ਰੂਟੀਨ ਪ੍ਰੋਸੈਸ ਹੁੰਦਾ ਇਹਦੇ ਵਿੱਚ ਕੋਈ ਪਾਰਟੀ ਦਾ ਮਸਲਾ ਨਹੀਂ ਹੁੰਦਾ ਕਿ ਆਮ ਆਦਮੀ ਜਾਂ ਕਾਂਗਰਸ ਦਾ। ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ, ਇਹ ਰੂਟੀਨ ਦਾ ਪ੍ਰੋਸੈਸ ਆ, ਸਰਕਾਰ ਨੂੰ ਇਹ ਫਾਲੋ ਕਰਨਾ ਚਾਹੀਦਾ। ਬਿਲਕੁਲ ਠੀਕ ਹੈ, ਕਿਉਂਕਿ ਇਹ ਮਸਲਾ ਬੜਾ ਗੰਭੀਰ ਹੈਗਾ। ਤੁਸੀਂ ਇਹ ਹਿਸਾਬ ਲਾਓ ਕਿ 1158 ਅਸਿਸਟੈਂਟ ਪ੍ਰੋਫੈਸਰ ਪੂਰੇ ਪੰਜਾਬ ਦੇ ਵਿੱਚੋਂ ਇੱਕ ਪਾਸੇ ਕਰ ਦਿੱਤੇ ਗਏ ਹੋਣ, ਤਾਂ ਤੁਸੀਂ ਇਹ ਅੰਦਾਜ਼ਾ ਲਾਓ ਕਿ ਨਵੀਂ ਭਰਤੀ ਕਦੋਂ ਹੋਏਗੀ, ਕਦੋਂ ਨਹੀਂ ਹੋਏਗੀ। ਇਹ ਜਿਹੜੇ ਮੁਲਾਜ਼ਮ ਨੇ, ਜਿਹੜੇ ਇਹ ਅਸਿਸਟੈਂਟ ਪ੍ਰੋਫੈਸਰ ਨੇ, ਪੜ੍ਹੇ ਲਿਖੇ ਅਸਿਸਟੈਂਟ ਪ੍ਰੋਫੈਸਰ ਨੇ, ਇਹਨਾਂ ਨੂੰ ਸਾਈਡਲਾਈਨ ਕਰ ਦਿੱਤਾ ਗਿਆ। ਹਰਜਾਨਾ ਕਿਹਦਾ ਹੋ ਰਿਹਾ? ਇਹਨਾਂ ਦਾ ਤਾਂ ਹੋ ਹੀ ਰਿਹਾ, ਨਾਲ ਨਾਲ ਬੱਚਿਆਂ ਦਾ ਵੀ ਹੋ ਰਿਹਾ। ਕਾਲਜ ਦੀ ਹਾਲਤ ਖਸਤਾ ਹੋ ਰਹੀ ਹੈ ਕਿ ਤੁਸੀਂ ਨਵੀਂ ਭਰਤੀ ਕਦੋਂ ਹੋਏਗੀ, ਕਦੋਂ ਨਹੀਂ ਹੋਏਗੀ, ਪਰ ਬੱਚਿਆਂ ਦਾ ਭਵਿੱਖ ਹੈ ਜਿਹੜਾ ਉਹ ਧੁੰਦਲਾ ਹੋ ਰਿਹਾ, ਨਾਲ ਨਾਲ ਇਹਨਾਂ ਦਾ ਵੀ ਹੋ ਰਿਹਾ। ਬਹੁਤ ਬਹੁਤ ਧੰਨਵਾਦ ਤਿੰਨੇ ਮਹਿਮਾਨਾਂ ਦਾ। ਤੁਹਾਡੀ ਗੱਲ ਅਸੀਂ ਪੰਜਾਬ ਦੀ ਜਨਤਾ ਦੇ ਸਾਹਮਣੇ ਰੱਖਣਾ ਚਾਹੁੰਦੇ ਸੀਗੇ। ਸਰਕਾਰ ਦੇ ਕੰਨਾਂ ਤੱਕ ਵੀ ਇਹ ਗੱਲ ਪਹੁੰਚੇਗੀ ਔਰ ਉਮੀਦ ਕਰਦੇ ਹਾਂ ਕਿ ਸਰਕਾਰ ਫੌਰੀ ਤੌਰ ਤੇ ਕਾਰਵਾਈ ਜ਼ਰੂਰ ਕਰੇਗੀ। ਸੋ ਇਹਨਾਂ ਦਾ ਮਸਲਾ ਹੱਲ ਕਰਨਾ ਸਰਕਾਰ ਦੇ ਲਈ ਚੁਣੌਤੀ ਤਾਂ ਜ਼ਰੂਰ ਹੋਏਗੀ, ਪਰ ਪਹਿਲ ਦੇ ਆਧਾਰ ਤੇ ਕਰਨਾ ਜ਼ਰੂਰ ਪਏਗਾ, ਕਿਉਂਕਿ ਇਹ ਮੁੱਦਾ ਸਿੱਖਿਆ ਨਾਲ ਜੁੜਿਆ ਹੋਇਆ, ਰੁਜ਼ਗਾਰ ਨਾਲ ਜੁੜਿਆ ਹੋਇਆ।